ਸਾਰਿਆਂ ਨੂੰ ਜੈ ਯਿਸੂ ਮਸੀਹ ਦੀ ਮਸੀਹੀ ਤਾਲੀਮ ਦੀ ਕਲਾਸ ਵਿੱਚ ਆਪ ਸਭ ਬੱਚਿਆਂ ਦਾ ਸਵਾਗਤ ਹੈ। ਕਲਾਸ 11ਵੀਂ ਕਿਤਾਬ ਦਾ ਨਾਮ ਹੈ ਕੈਥੋਲਿਕ ਈਮਾਨ ਦੀ ਬੁਨਿਆਦ, ਪਰਿਵਾਰਿਕ ਅਤੇ ਧਾਰਮਿਕ ਜੀਵਨ ਯਿਸੂ ਦੇ ਨਾਲ ਚੱਲਣਾ। ਅੱਜ ਅਸੀਂ ਅਧਿਆਇ 7ਵਾਂ ਸਮਾਜਿਕ ਬੁਰਾਈਆਂ ਪ੍ਰਤੀ ਮਸੀਹੀ ਰਵੱਈਆ, ਜੋ ਕਿ ਪੇਜ ਨੰਬਰ 46 ਤੇ ਹੈ, ਉਹ ਪੜ੍ਹਾਂਗੇ। ਇਸ ਅਧਿਆਇ ਵਿੱਚ ਅਸੀਂ ਸਮਾਜਿਕ ਬੁਰਾਈਆਂ ਦੇ ਬਾਰੇ ਪੜ੍ਹਾਂਗੇ ਅਤੇ ਸਮਾਜਿਕ ਬੁਰਾਈਆਂ ਕਿਸ ਤਰ੍ਹਾਂ ਸਮਾਜ ਨੂੰ ਨਾਸ਼ ਕਰ ਦਿੰਦੀਆਂ ਹਨ, ਇਸ ਦੇ ਬਾਰੇ ਪੜ੍ਹਾਂਗੇ ਅਤੇ ਇਹਨਾਂ ਸਮਾਜਿਕ ਬੁਰਾਈਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ, ਇਸ ਦੇ ਬਾਰੇ ਪੜ੍ਹਾਂਗੇ। ਤੇ ਆਓ ਅਸੀਂ ਸ਼ੁਰੂ ਕਰਦੇ ਹਾਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਹਾਨ ਵਿਅਕਤੀਆਂ ਨੇ ਉਹਨਾਂ ਬੁਰਾਈਆਂ ਦੇ ਖਿਲਾਫ ਹਮੇਸ਼ਾ ਲੜਾਈ ਲੜੀ, ਜਿਨ੍ਹਾਂ ਕਾਰਨ ਸਮਾਜ ਦੇ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਹਾਲਾਤ ਅਜਿਹੇ ਸਨ ਕਿ ਲੋਕਾਂ ਨੇ ਬੁਰਾਈ ਕਾਰਨ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕੀਤਾ। ਉਹਨਾਂ ਮਹਾਨ ਵਿਅਕਤੀਆਂ ਨੇ ਸਮਾਜ ਵਿੱਚ ਫੈਲੀਆਂ ਉਹਨਾਂ ਬੁਰਾਈਆਂ ਦੇ ਖਿਲਾਫ ਬਹੁਤ ਜਦੋਜਹਿਦ ਕੀਤੀ। ਉਹਨਾਂ ਨੇ ਵਿਅਕਤੀਗਤ ਤੌਰ 'ਤੇ ਹਰ ਇਨਸਾਨ ਦੇ ਗਰਵ ਅਤੇ ਆਜ਼ਾਦੀ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਦੀ ਅਜਿਹੀ ਸਮਰਪਿਤ ਸੇਵਾ ਨੇ ਬਹੁਤ ਸਾਰੀਆਂ ਬੁਰਾਈਆਂ ਦਾ ਖਾਤਮਾ ਕਰਨ ਵਿੱਚ ਮਦਦ ਕੀਤੀ। ਮੂਸਾ ਨਬੀ ਇੱਕ ਬਹੁਤ ਪ੍ਰਮੁੱਖ ਵਿਅਕਤੀ ਸੀ, ਜਿਹੜਾ ਇਸਰਾਏਲੀਆਂ ਨੂੰ ਮਿਸਰ ਦੀ ਕੈਦ ਵਿੱਚੋਂ ਰਿਹਾ ਕਰਵਾ ਕੇ ਲਿਆਇਆ ਸੀ। ਪ੍ਰਭੂ ਨੇ ਲੋਕਾਂ ਨੂੰ ਬਚਾਉਣ ਲਈ ਉਹ ਇੱਕ ਪ੍ਰਭਾਵਸ਼ਾਲੀ ਸਾਧਨ ਬਣਿਆ ਅਤੇ ਮੁਜ਼ਲਮ ਲੋਕਾਂ ਦਾ ਸਹਾਇਕ ਸਿੱਧ ਹੋਇਆ। ਮੂਸਾ ਨਬੀ ਦੀ ਤਰ੍ਹਾਂ ਹੀ ਹਰ ਈਸਾਈ ਦਾ ਫਰਜ਼ ਹੈ ਕਿ ਉਹ ਲੋਕਾਂ ਨੂੰ ਸਮਾਜਿਕ ਬੁਰਾਈਆਂ ਅਤੇ ਜ਼ੁਲਮਾਂ ਤੋਂ ਬਚਾਵੇ। ਇੱਕ ਵਿਅਕਤੀਗਤ ਇਨਸਾਨ ਦੀ ਚੰਗਿਆਈ ਹੀ ਸਮਾਜਿਕ ਚੰਗਿਆਈ ਨੂੰ ਦਰਸਾਉਂਦੀ ਹੈ। ਇਸ ਤਰ੍ਹਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਸਮਾਜਿਕ ਬੁਰਾਈਆਂ ਅਤੇ ਉਹਨਾਂ ਦੇ ਬੁਰੇ ਪ੍ਰਭਾਵ ਤੋਂ ਜਾਗਰੂਕ ਹੋਈਏ। ਇਹਨਾਂ ਸਮਾਜਿਕ ਬੁਰਾਈਆਂ ਦੇ ਖਿਲਾਫ ਇਹ ਸਮਾਜਿਕ ਪ੍ਰਚਾਰ ਸਾਨੂੰ ਜਾਗਰੂਕ ਕਰਦਾ ਹੈ। ਸਮਾਜਿਕ ਬੁਰਾਈਆਂ ਸਮਾਜ ਵਿੱਚ ਫੈਲੇ ਬੁਰੇ ਪ੍ਰਭਾਵਾਂ ਵਿੱਚ ਪੂਰੀ ਤਰ੍ਹਾਂ ਗਲਤਾਨ ਹੋ ਜਾਣ ਨੂੰ ਸਮਾਜਿਕ ਬੁਰਾਈ ਕਹਿੰਦੇ ਹਨ। ਕਿਸੇ ਵੀ ਸਮਾਜਿਕ ਬੁਰਾਈ ਨੂੰ ਅਗਰ ਨਾ ਰੋਕਿਆ ਜਾਵੇ ਤਾਂ ਉਸ ਦੇ ਨਤੀਜੇ ਸਮਾਜ ਲਈ ਘਾਤਕ ਸਿੱਧ ਹੋਣਗੇ। ਇਹਨਾਂ ਬੁਰਾਈਆਂ ਕਰਕੇ ਸਮਾਜ ਵਿਚਲੀਆਂ ਨੈਤਿਕ ਕਦਰਾਂ ਕੀਮਤਾਂ ਗਿਰ ਜਾਂਦੀਆਂ ਹਨ। ਇਹ ਬਹੁਤਿਆਂ ਦੇ ਪਾਪ ਕਾਰਨ ਪੈਦਾ ਹੁੰਦੀਆਂ ਹਨ ਅਤੇ ਬਹੁਤ ਲੋਕ ਇਹਨਾਂ ਦੀ ਲਪੇਟ ਵਿੱਚ ਆ ਜਾਂਦੇ ਹਨ। ਇਸ ਨੂੰ ਪਾਪ ਦਾ ਢਾਂਚਾ ਵੀ ਕਹਿੰਦੇ ਹਨ। ਸਮਾਜਿਕ ਬੁਰਾਈਆਂ ਅਜਿਹੇ ਢਾਂਚੇ ਸਥਾਪਿਤ ਕਰਦੀਆਂ ਹਨ ਜਿਹੜੇ ਇੱਕ ਵਿਅਕਤੀ ਨੂੰ ਅਨਿਆਂ, ਜ਼ੁਲਮ ਅਤੇ ਗੈਰ ਕਾਨੂੰਨੀ ਕੰਮਾਂ ਵੱਲ ਧੱਕਦੇ ਹਨ। ਜੇਕਰ ਇਹਨਾਂ ਸਮਾਜਿਕ ਬੁਰਾਈਆਂ ਦੇ ਬੁਰੇ ਪ੍ਰਭਾਵਾਂ ਤੋਂ ਲੋਕ ਜਾਗਰੂਕ ਨਹੀਂ ਹੋਣਗੇ ਤਾਂ ਉਹ ਇਹਨਾਂ ਦੇ ਵਧਣ ਫੁੱਲਣ ਵਿੱਚ ਸਹਿਯੋਗ ਦੇ ਰਹੇ ਹਨ। ਜਾਤੀ ਪ੍ਰਥਾ ਸਮਾਜ ਵਿੱਚ ਬਹੁਤ ਦੇਰ ਤੋਂ ਹੈ, ਜਿਸ ਕਾਰਨ ਹੇਠਲੇ ਤਬਕੇ ਦੇ ਲੋਕਾਂ ਨੂੰ ਇਨਸਾਨ ਨਹੀਂ ਮਿਲਿਆ। ਜਦੋਂ ਅਸੀਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਉਦੋਂ ਸਮਾਜਿਕ ਬੁਰਾਈਆਂ ਬਹੁਤ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ। ਇਹ ਸਾਡਾ ਫਰਜ਼ ਅਤੇ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਬੁਰੇ ਸਮਾਜਿਕ ਢਾਂਚੇ ਨੂੰ ਲਲਕਾਰੀਏ। ਸਾਡੀ ਚੁੱਪ ਅਤੇ ਨਜ਼ਰਅੰਦਾਜ਼ੀ ਕਾਰਨ ਇਹਨਾਂ ਸਮਾਜਿਕ ਬੁਰਾਈਆਂ ਨੂੰ ਬਹੁਤ ਬੜਾਵਾ ਮਿਲੇਗਾ। ਸੰਤ ਜੌਨ ਪੌਲ ਦੂਜੇ ਨੇ ਆਪਣੇ ਰਸੂਲੀ ਪੱਤਰ ਸਮਾਜਿਕ ਮਿਸਲੀਆਂ ਪ੍ਰਤੀ ਕਲੀਸਿਆ ਦਾ ਰਵੱਈਆ 1988 ਵਿੱਚ ਕਿਹਾ ਹੈ ਕਿ ਇਹ ਸਮਾਜਿਕ ਬੁਰਾਈਆਂ ਵਿਅਕਤੀ ਦੇ ਦਿਲ ਵਿੱਚੋਂ ਉਪਜਦੀਆਂ ਹਨ। ਸਮੇਂ ਦੇ ਨਾਲ ਨਾਲ ਇੱਕ ਸਮਾਜਿਕ ਢਾਂਚੇ 'ਤੇ ਆਪਣਾ ਬੁਰਾ ਪ੍ਰਭਾਵ ਛੱਡ ਜਾਂਦੇ ਹਨ। ਵਿਅਕਤੀਗਤ ਲੋਕਾਂ ਦੇ ਵਿਚਾਰ 'ਤੇ ਪ੍ਰਭਾਵ ਪਾ ਕੇ ਇਹ ਬੁਰਾਈਆਂ ਹੋਰ ਬੁਰਾਈਆਂ ਲਈ ਰਾਹ ਖੋਲ੍ਹ ਦਿੰਦੀਆਂ ਹਨ। ਸਮਾਜਿਕ ਢਾਂਚਾ ਲੋਕਾਂ ਦੀ ਦੇਖਰੇਖ ਅਤੇ ਤਰੱਕੀ ਲਈ ਖੜ੍ਹਾ ਹੋਣਾ ਚਾਹੀਦਾ ਹੈ। ਅਜੋਕਾ ਸਮਾਜ ਲੋਕਾਂ ਦੇ ਵਿਅਕਤੀਗਤ ਅਤੇ ਹਾਨੀਕਾਰਕ ਵਿਵਹਾਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕਾ ਹੈ। ਦਹੇਜ ਪ੍ਰਥਾ,
ਜਾਤੀ ਪ੍ਰਥਾ ਆਦਿ ਇਹਨਾਂ ਸਮਾਜਿਕ ਬੁਰਾਈਆਂ ਦੀਆਂ ਉਦਾਹਰਨਾਂ ਹਨ। ਜਾਣੇ ਅਣਜਾਣੇ ਉਹ ਇਹਨਾਂ ਬੁਰਾਈਆਂ ਨੂੰ ਬੜਾਵਾ ਦੇ ਰਹੇ ਹਨ। ਗੰਭੀਰ ਪਾਪ ਕੁਝ ਲਾਲਚੀ ਲੋਕਾਂ ਕਰਕੇ ਹੀ ਉਪਜਦੇ ਹਨ, ਜੋ ਦੂਜੇ ਬਹੁਤ ਸਾਰੇ ਲੋਕਾਂ ਦੇ ਦੁੱਖਾਂ ਅਤੇ ਮੁਸੀਬਤਾਂ ਦਾ ਕਾਰਨ ਬਣਦੇ ਹਨ। ਅਜਿਹੀ ਬੁਰਾਈ ਨੂੰ ਸਾਨੂੰ ਹਮੇਸ਼ਾ ਲਈ ਖਤਮ ਕਰਨਾ ਚਾਹੀਦਾ ਹੈ। ਸਮਾਜ ਵਿੱਚ ਫੈਲੇ ਇਸ ਬੁਰੇ ਢਾਂਚੇ ਪ੍ਰਤੀ ਆਮ ਜਾਣਕਾਰੀ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰੇਗੀ। ਇਹਨਾਂ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਹੋਣਾ ਬਹੁਤ ਮਹੱਤਵਪੂਰਨ ਹੈ ਤਾਂ ਕਿ ਹਰੇਕ ਵਿਅਕਤੀ ਇਹਨਾਂ ਪ੍ਰਤੀ ਖਾਤਮੇ ਲਈ ਆਪਣਾ ਯੋਗਦਾਨ ਪਾਵੇ। ਸ਼ਰਾਬ ਇੱਕ ਅਜਿਹੀ ਭਿਆਨਕ ਬਿਮਾਰੀ ਹੈ ਜੋ ਸਮਾਜ ਦੀ ਹੋਂਦ ਨੂੰ ਕਮਜ਼ੋਰ ਕਰ ਦਿੰਦੀ ਹੈ। ਕੈਂਸਰ ਤੋਂ ਬਾਅਦ ਇਹ ਇੱਕ ਅਜਿਹਾ ਭਿਆਨਕ ਮੌਤ ਦਾ ਦੂਤ ਹੈ ਜੋ ਸਰੀਰਕ ਸਮੱਸਿਆ ਵਿੱਚ ਵਾਧਾ ਕਰਦਾ ਹੈ। ਇਹ ਮਿਹਦੇ, ਅੰਤੜੀਆਂ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਇਲਾਵਾ ਬਹੁਤ ਸਾਰੀਆਂ ਸਮਾਜਿਕ ਅਤੇ ਮਾਨਸਿਕ ਸਮੱਸਿਆਵਾਂ ਦਾ ਵੀ ਕਾਰਨ ਬਣਦਾ ਹੈ। ਇਸ ਦੇ ਨਾਲ ਪਰਿਵਾਰਾਂ ਦੇ ਪਰਿਵਾਰ ਪ੍ਰਭਾਵਿਤ ਹੁੰਦੇ ਹਨ ਤੇ ਆਪਣੀ ਸ਼ਾਂਤੀ ਖੋ ਬੈਠਦੇ ਹਨ। ਇਹ ਪਰਿਵਾਰਾਂ ਵਿੱਚ ਗਰੀਬੀ ਦਾ ਕਾਰਨ ਬਣਦੀ ਹੈ। ਇਸ ਦੇ ਨਾਲ ਲੋਕਾਂ ਦਾ ਆਤਮ ਵਿਸ਼ਵਾਸ, ਵਿਵਹਾਰ ਅਤੇ ਭਵਿੱਖ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਬਹੁਤ ਸਾਰੇ ਲੋਕਾਂ ਦੀ ਸਮਾਜਿਕ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਸ਼ਰਾਬ ਆਪਣੇ ਸਵਾਦ ਕਰਕੇ ਲੋਕਾਂ ਵਿੱਚ ਹਰਮਨ ਪਿਆਰੀ ਨਹੀਂ ਹੈ। ਇਹ ਪੀਣ ਵਾਲੇ ਦੇ ਸੁਭਾਅ 'ਤੇ ਨਿਰਭਰ ਕਰਦੀ ਹੈ। ਇਸ ਨਾਲ ਮਨੁੱਖ ਦੇ ਦਿਮਾਗ ਵਿੱਚ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ। ਸ਼ਰਾਬੀ ਦੇ ਦਿਮਾਗ 'ਤੇ ਉਸ ਦੀ ਅੰਤਰ ਆਤਮਾ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਸ਼ਤਿਹਾਰਾਂ ਦਾ ਸ਼ਰਾਬਬੰਦੀ 'ਤੇ ਬਹੁਤ ਪ੍ਰਭਾਵ ਹੈ। ਇਹਨਾਂ ਇਸ਼ਤਿਹਾਰਾਂ ਦੀ ਖੋਖਲੇ ਵਾਅਦਿਆਂ ਕਾਰਨ ਕਈ ਵਾਰ ਲੋਕ ਕੁਰਾਹੇ ਪੈ ਜਾਂਦੇ ਹਨ। ਅਗਿਆਨਤਾ ਵੀ ਸ਼ਰਾਬਬੰਦੀ ਦਾ ਇੱਕ ਕਾਰਨ ਹੈ। ਕਈ ਵਾਰੀ ਵਿਗਿਆਪਨਾਂ ਰਾਹੀਂ ਮਿਲਣ ਵਾਲੀ ਗਲਤ ਜਾਣਕਾਰੀ ਨੂੰ ਸੱਚ ਮੰਨ ਲਿਆ ਜਾਂਦਾ ਹੈ ਤੇ ਜਦੋਂ ਸ਼ਰਾਬੀ ਨੂੰ ਸੱਚ ਮੰਨ ਲਿਆ ਜਾਂਦਾ ਹੈ ਤੇ ਜਦੋਂ ਸ਼ਰਾਬੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਇਸ ਬੁਰੀ ਆਦਤ ਦਾ ਪਹਿਲਾਂ ਹੀ ਸ਼ਿਕਾਰ ਹੋ ਚੁੱਕਿਆ ਹੁੰਦਾ ਹੈ। ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਆਪਣੇ ਸੰਤੁਲਨ ਖੋ ਬੈਠਦੇ ਹਨ ਅਤੇ ਸਰੀਰਕ ਤੌਰ 'ਤੇ ਸ਼ਰਾਬ 'ਤੇ ਨਿਰਭਰ ਹੋ ਜਾਂਦੇ ਹਨ। ਸ਼ਰਾਬ ਪੀਣ ਨਾਲ ਲੜਾਈਆਂ ਹੁੰਦੀਆਂ ਹਨ ਤੇ ਬੁਰੇ ਵਿਵਹਾਰ ਕਰਕੇ ਸਮਾਜਿਕ ਜ਼ਿੰਦਗੀ ਖਤਮ ਹੋ ਜਾਂਦੀ ਹੈ। ਸ਼ਰਾਬੀ ਦੇ ਪਰਿਵਾਰਿਕ ਮੈਂਬਰਾਂ ਦੀ ਜ਼ਿੰਦਗੀ ਵੀ ਤਬਾਹ ਹੋ ਜਾਂਦੀ ਹੈ। ਇਸ ਦੇ ਭਿਆਨਕ ਸਿੱਟੇ ਨਿਕਲਦੇ ਹਨ। ਸ਼ਰਾਬ ਇੱਕ ਭਿਆਨਕ ਬਿਮਾਰੀ ਹੈ ਜੋ ਇਨਸਾਨ ਦੀ ਸ਼ਖਸੀਅਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ਦੇ ਸਰੀਰਕ, ਸਮਾਜਿਕ ਅਤੇ ਧਾਰਮਿਕ ਪ੍ਰਭਾਵ ਹੁੰਦੇ ਹਨ। ਦ੍ਰਿੜਤਾ ਨਾਲ ਕਿਸੇ ਵੀ ਸਮਾਜਿਕ ਬੁਰਾਈ ਦਾ ਖਾਤਮਾ ਕੀਤਾ ਜਾ ਸਕਦਾ ਹੈ। ਪਰਮਾਤਮਾ ਦੀ ਇਲਾਹੀ ਸ਼ਕਤੀ ਨੂੰ ਜਦੋਂ ਅਸੀਂ ਪ੍ਰਾਰਥਨਾ ਦੇ ਜ਼ਰੀਏ ਮਹਿਸੂਸ ਕਰਦੇ ਹਾਂ ਤਾਂ ਅਜਿਹੀ ਬੁਰਾਈ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਇੱਕ ਵਧੀਆ ਸਾਧਨ ਹੈ। ਨਿੱਜੀ ਧਿਆਨ ਦੇ ਕੇ, ਦੋਸਤਾਨਾ ਸੰਬੰਧ ਕਾਇਮ ਕਰਕੇ ਅਤੇ ਚੰਗੀ ਸਮਝ ਦੇ ਨਾਲ ਅਸੀਂ ਇਸ ਬੁਰਾਈ ਦਾ ਖਾਤਮਾ ਕਰ ਸਕਦੇ ਹਾਂ। ਨਸ਼ਿਆਂ ਦੀ ਵਰਤੋਂ। ਨਸ਼ਿਆਂ ਦੀ ਵੱਧ ਰਹੀ ਵਰਤੋਂ ਆਉਣ ਵਾਲੀ ਨਵੀਂ ਪੀੜ੍ਹੀ 'ਤੇ ਬੁਰਾ ਅਸਰ ਪਾਉਂਦੀ ਹੈ। ਨਸ਼ਿਆਂ ਦੇ ਵੇਚਣ ਵਾਲੇ ਵਿੱਦਿਅਕ ਕੇਂਦਰਾਂ ਦੇ ਨੇੜੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਤਤਪਰ ਰਹਿੰਦੇ ਹਨ। ਨਸ਼ਿਆਂ ਦੀ ਇੱਕ ਵਾਰ ਲੱਗੀ ਲੱਤ ਛੇਤੀ ਨਹੀਂ ਛੁੱਟਦੀ। ਤੰਬਾਕੂ, ਪਾਨ ਮਸਾਲਾ ਵੀ ਨਸ਼ਿਆਂ ਦੇ ਹੀ ਰੂਪ ਹਨ। ਘਰ ਦੀ ਰੋਜੀ ਰੋਟੀ ਚਲਾਉਣ ਵਾਲਾ ਨੌਜਵਾਨ ਜੇਕਰ ਨਸ਼ਿਆਂ ਵਿੱਚ ਪੈ ਜਾਂਦਾ ਹੈ ਤਾਂ ਪਰਿਵਾਰ ਦੀ ਤਬਾਹੀ ਹੋ ਜਾਂਦੀ ਹੈ। ਨਸ਼ਾ ਇੱਕ ਸਮਾਜਿਕ ਬੁਰਾਈ ਹੈ। ਨਸ਼ਿਆਂ ਦੀ ਵਰਤੋਂ ਕਰਨ ਵਾਲਾ ਹੌਲੀ ਹੌਲੀ ਦਿਮਾਗੀ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ। ਇਹ ਦਿਮਾਗੀ ਕਮਜ਼ੋਰੀ ਦੇ ਨਾਲ ਨਾਲ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ ਜੋ ਕਿ ਬੇਮੌਕਾ ਮੌਤ ਦਾ ਕਾਰਨ ਬਣਦਾ ਹੈ। ਇਹ ਧਿਆਨਯੋਗ ਹੈ ਕਿ ਕੋਈ ਵੀ ਇਸ ਭਿਆਨਕ ਸਮਾਜਿਕ ਬਿਮਾਰੀ ਦਾ ਸ਼ਿਕਾਰ ਬਹੁਤ ਜਲਦੀ ਹੋ ਸਕਦਾ ਹੈ। ਨਸ਼ਾ ਅਜਿਹਾ ਰਸਾਇਣਿਕ ਪਦਾਰਥ ਹੈ ਜੋ ਸਰੀਰ ਦੇ ਅੰਦਰੂਨੀ ਢਾਂਚੇ ਨੂੰ ਖਰਾਬ ਕਰਦੇ ਹਨ। ਨਸ਼ੇ ਅਜਿਹੇ ਪਦਾਰਥ ਹਨ ਜੋ ਕਿ ਸਰੀਰ ਦੇ ਕੰਮ ਕਰਨ ਦੀ ਯੋਗਤਾ ਨੂੰ ਬਦਲ ਸਕਦੇ ਹਨ।
ਬਿਨਾਂ ਰੋਕ ਟੋਕ ਨਸ਼ਿਆਂ ਦੀ ਵਰਤੋਂ ਸਰੀਰਕ ਤੇ ਮਾਨਸਿਕ ਤੌਰ 'ਤੇ ਸਰੀਰ ਨੂੰ ਅਪਾਹਜ ਕਰ ਦਿੰਦੀ ਹੈ, ਮਾਰ ਦਿੰਦੀ ਹੈ ਜਾਂ ਪੂਰੀ ਤਰ੍ਹਾਂ ਇਹਨਾਂ 'ਤੇ ਨਿਰਭਰ ਕਰਦੀ ਹੈ। ਅਸਲ ਵਿੱਚ ਕਦੇ ਵੀ ਇਹਨਾਂ ਮਾਰੂ ਪ੍ਰਭਾਵ ਨਹੀਂ ਸੀ ਜੋ ਅੱਜ ਹੈ। ਜ਼ਿਆਦਾਤਰ ਨੌਜਵਾਨ ਜੋ ਸਮਾਜਿਕ ਬੁਰਾਈਆਂ ਦਾ ਸਾਹਮਣਾ ਕਰਨ ਵਿੱਚ ਅਸਮਰਥ ਹੁੰਦੇ ਹਨ, ਉਹ ਨਸ਼ਿਆਂ ਦੀ ਵਰਤੋਂ ਨਾਲ ਦੁੱਖ ਤਕਲੀਫ ਆਦਿ ਭੁੱਲ ਕੇ ਆਨੰਦ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਕਦੇ ਵੀ ਨਸ਼ੇ ਨੂੰ ਮੁਸ਼ਕਲਾਂ ਦਾ ਸੁਖਾਲਾ ਹੱਲ ਨਹੀਂ ਸਮਝਣਾ ਚਾਹੀਦਾ। ਨਸ਼ਿਆਂ ਦੀ ਆਦਤ ਅਜਿਹੀ ਹੈ ਜੋ ਕਿ ਨਸ਼ੇੜੀ ਨੂੰ ਇਹਨਾਂ ਦੀ ਬਿਨਾਂ ਵਰਤੋਂ ਦੇ ਕੰਮ ਕਰਨ ਤੋਂ ਅਸਮਰਥ ਕਰ ਦਿੰਦੀ ਹੈ। ਨਸ਼ਾ ਲੈਣਾ ਇੱਕ ਅਜਿਹਾ ਕਾਨੂੰਨ ਬਣ ਜਾਂਦਾ ਹੈ ਕਿ ਨਸ਼ੇੜੀ ਉਸ ਨੂੰ ਕਿਸੇ ਵੀ ਕੀਮਤ 'ਤੇ ਪ੍ਰਾਪਤ ਕਰਨਾ ਚਾਹੁੰਦਾ ਹੈ। ਸਮਾਜਿਕ ਬੁਰਾਈਆਂ ਪ੍ਰਤੀ ਸਾਡੇ ਵਿਚਾਰ। ਇੱਕ ਸੱਚੇ ਈਸਾਈ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਦੇ ਖਿਲਾਫ ਆਵਾਜ਼ ਉਠਾਈਏ। ਬੇਸ਼ੱਕ ਇਹਨਾਂ ਬੁਰਾਈਆਂ ਨੂੰ ਉਖਾੜਨਾ ਇੰਨਾ ਸੌਖਾ ਨਹੀਂ ਹੈ। ਸਾਨੂੰ ਸਭ ਤੋਂ ਪਹਿਲਾਂ ਆਪਣੀ ਵਿਚਾਰਧਾਰਾ ਨੂੰ ਬਦਲਣਾ ਚਾਹੀਦਾ ਹੈ। ਸਮਾਜਿਕ ਬੁਰਾਈਆਂ ਦੇ ਖਿਲਾਫ ਸਾਨੂੰ ਹਿੰਮਤ, ਸਹੀ ਵਿਚਾਰਧਾਰਾ, ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ। ਸਾਨੂੰ ਇਹਨਾਂ ਸਮਾਜਿਕ ਬੁਰਾਈਆਂ ਦੇ ਨਤੀਜੇ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਖਤਮ ਕਰਨ ਦੀ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਨਾਂ ਸਮਾਜਿਕ ਬੁਰਾਈਆਂ ਨੂੰ ਇਕੱਲੇ ਕਾਨੂੰਨ ਲਾਗੂ ਕਰਕੇ ਹੀ ਨਹੀਂ, ਸਗੋਂ ਇਹਨਾਂ ਅਨੁਸਾਰ ਕੰਮ ਕਰਕੇ ਖਤਮ ਕਰ ਸਕਦੇ ਹਾਂ। ਇਸ ਬਾਰੇ ਲੋਕਾਂ ਨੂੰ ਗਿਆਨ ਦੇ ਕੇ ਹੀ ਕਾਬੂ ਕੀਤਾ ਜਾ ਸਕਦਾ ਹੈ। ਬਾਹਰਲੀਆਂ ਤਾਕਤਾਂ ਨਾਲੋਂ ਸਵੈ ਅਨੁਸ਼ਾਸਨ ਹੀ ਪ੍ਰਭਾਵ ਪਾਏਗਾ। ਸਮਾਜਿਕ ਬੁਰਾਈਆਂ ਨੂੰ ਆਪਣੇ ਵਿਚਾਰਾਂ ਤੇ ਵਿਵਹਾਰਾਂ ਨੂੰ ਬਦਲ ਕੇ ਹੀ ਬਦਲਿਆ ਜਾ ਸਕਦਾ ਹੈ। 3 ਤਰੀਕਿਆਂ ਨਾਲ ਹੀ ਸਮਾਜਿਕ ਬੁਰਾਈਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ: ਵਿਚਾਰਕ ਸਿਧਾਂਤ, ਸੰਗਠਿਤ ਸਿਧਾਂਤ, ਸੱਭਿਆਚਾਰਕ। ਵਿਚਾਰਕ ਸਿਧਾਂਤ। ਅਸੀਂ ਇਸ ਬੁਰਾਈ ਨੂੰ ਤਰਤੀਬਵਾਰ ਜਿਵੇਂ ਸੈਮੀਨਾਰ, ਪੜ੍ਹਾਈ ਦੀਆਂ ਜਮਾਤਾਂ, ਮੀਡੀਆ ਦੀ ਵਰਤੋਂ, ਕਲਾ ਤੇ ਸਾਹਿਤ ਦੁਆਰਾ ਲੋਕਾਂ ਨੂੰ ਜਾਗਰੂਕ ਕਰਵਾਇਆ ਜਾ ਸਕਦਾ ਹੈ। ਸੰਗਠਿਤ ਸਿਧਾਂਤ। ਤੁਸੀਂ ਇਕੱਲੇ ਸਮਾਜਿਕ ਬੁਰਾਈਆਂ ਨਾਲ ਨਹੀਂ ਲੜ ਸਕਦੇ। ਸਹੀ ਤਰੀਕੇ ਨਾਲ ਸੰਗਠਿਤ ਹੋ ਕੇ ਹੀ ਇਸ ਬੁਰਾਈ 'ਤੇ ਕਾਬੂ ਪਾਇਆ ਜਾ ਸਕਦਾ ਹੈ। ਇੱਕੋ ਵਿਚਾਰਧਾਰਾ ਵਾਲੇ ਲੋਕ ਇਕੱਠੇ ਹੋ ਕੇ ਇਸ 'ਤੇ ਕਾਬੂ ਪਾ ਸਕਦੇ ਹਨ। ਇਸ ਤਰ੍ਹਾਂ ਅਸੀਂ ਇਕੱਠੇ ਹੋ ਕੇ ਪੂਰੀ ਤਾਕਤ ਨਾਲ ਇਸ ਬੁਰਾਈ 'ਤੇ ਕਾਬੂ ਪਾ ਸਕਦੇ ਹਾਂ ਤੇ ਲੋਕਾਂ ਦੀ ਵਿਚਾਰਧਾਰਾ ਨੂੰ ਬਦਲਿਆ ਜਾ ਸਕਦਾ ਹੈ। ਸੱਭਿਆਚਾਰਕ ਸਿਧਾਂਤ। ਸਮਾਜਿਕ ਬੁਰਾਈਆਂ ਸਾਡੇ ਸੱਭਿਆਚਾਰ ਵਿੱਚ ਹੀ ਪੈਦਾ ਹੁੰਦੀਆਂ ਤੇ ਵਿਕਸਿਤ ਹੁੰਦੀਆਂ ਹਨ। ਇਹਨਾਂ ਬੁਰਾਈਆਂ 'ਤੇ ਕਾਬੂ ਪਾਉਣ ਲਈ ਸਾਨੂੰ ਸਹੀ ਸੰਚਾਰ ਸਾਧਨ ਤੇ ਪ੍ਰਾਪੇਗੰਡਾ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਹ ਲੋਕਾਂ 'ਤੇ ਅਸਰ ਪਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਵੱਖ-ਵੱਖ ਧਾਰਮਿਕ ਤੇ ਸੱਭਿਆਚਾਰਕ ਸੰਸਥਾਵਾਂ ਇਸ ਵਿੱਚ ਯੋਗਦਾਨ ਪਾਉਣ ਲਈ ਅੱਗੇ ਆ ਸਕਦੀਆਂ ਹਨ। ਈਸਾਈ ਵਚਨਬੱਧਤਾ ਅਨੁਸਾਰ ਅਸੀਂ ਸਮਾਜਿਕ ਬੁਰਾਈਆਂ ਤੋਂ ਮੁਕਤ ਸਮਾਜ ਬਣਾਵਾਂਗੇ। ਸਾਡਾ ਮੁੱਖ ਉਦੇਸ਼ ਨੇਕਦਿਲੀ, ਆਜ਼ਾਦੀ, ਬਰਾਬਰੀ, ਏਕਤਾ ਅਤੇ ਪਰਮਾਤਮਾ ਦੀ ਰਹਿਮਤ ਨਾਲ ਸਮਾਜ ਉਸਾਰਨ ਦਾ ਹੈ। ਮੇਰੇ ਬੱਚਿਓ, ਆਓ ਅਸੀਂ ਇਹ ਵਿਚਾਰ ਕਰੀਏ ਕਿ ਇੱਕ ਸਮਰਪਿਤ ਈਸਾਈ ਹੋਣ ਦੇ ਨਾਤੇ ਇਹਨਾਂ ਬੁਰਾਈਆਂ ਨਾਲ ਲੜਨਾ ਹੀ ਨਹੀਂ, ਸਗੋਂ ਬੁਰਾਈਆਂ ਨੂੰ ਜੜ ਤੋਂ ਖਤਮ ਕਰਨਾ ਸਾਡਾ ਉਦੇਸ਼ ਹੈ। ਪਿਆਰੇ ਬੱਚਿਓ, ਇਸ 7ਵੇਂ ਅਧਿਆਇ ਸਮਾਜਿਕ ਬੁਰਾਈਆਂ ਪ੍ਰਤੀ ਮਸੀਹੀ ਰਵੱਈਆ ਦਾ ਪਹਿਲਾ ਸਵਾਲ ਸਮਾਜਿਕ ਬੁਰਾਈਆਂ ਤੋਂ ਤੁਹਾਡਾ ਕੀ ਭਾਵ ਹੈ, ਇਸ ਦਾ ਜਵਾਬ ਪੇਜ ਨੰਬਰ 46 ਐਂਡ 47 ਤੇ ਹੈ। ਤੇ ਦੂਸਰਾ ਸਵਾਲ, ਸਮਝਾਓ ਸ਼ਰਾਬ ਇੱਕ ਅਜਿਹੀ ਤਾਕਤ ਹੈ ਜੋ ਇੱਕ ਸਮਾਜਿਕ ਤੰਦ ਦਾ ਨਾਸ਼ ਕਰ ਦਿੰਦੀ ਹੈ। ਇਸ ਦਾ ਜਵਾਬ ਪੇਜ ਨੰਬਰ 49 ਤੇ ਹੈ। ਤੇ ਤੀਸਰੇ ਸਵਾਲ, ਤੁਸੀਂ ਕਿਉਂ ਕਹਿੰਦੇ ਹੋ ਕਿ ਨਸ਼ਾਖੋਰੀ ਨੌਜਵਾਨ ਪੀੜ੍ਹੀ ਨੂੰ ਵਿਗਾੜ ਦੇਗੀ? ਇਸ ਦਾ ਜਵਾਬ ਪੇਜ ਨੰਬਰ 49 ਐਂਡ ਪੇਜ ਨੰਬਰ 50 ਤੇ ਹੈ। ਤੇ ਚੌਥੇ ਸਵਾਲ, ਕਿਸ ਤਰ੍ਹਾਂ ਨਸ਼ੇ ਦੀ ਦੁਰਵਰਤੋਂ ਇੱਕ ਸਮਾਜਿਕ ਬੁਰਾਈ ਬਣ ਜਾਂਦੀ ਹੈ? ਇਸ ਦਾ ਜਵਾਬ ਪੇਜ ਨੰਬਰ 49 ਐਂਡ ਪੇਜ ਨੰਬਰ 50 ਤੇ ਹੈ। ਤੇ ਪੰਜਵੇਂ ਸਵਾਲ, ਆਪਣੇ ਵਿਚਾਰਾਂ ਨੂੰ ਖੋਲ੍ਹ ਕੇ ਦੱਸੋ ਕਿ ਸਮਾਜਿਕ ਬੁਰਾਈਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਇਸ ਦਾ ਜਵਾਬ ਪੇਜ ਨੰਬਰ 51 ਤੇ ਪੇਜ ਨੰਬਰ 52 ਤੇ ਹੈ। ਪਿਆਰੇ ਬੱਚਿਓ,
ਤੁਸੀਂ ਇਸ ਅਧਿਆਇ ਨੂੰ ਬਹੁਤ ਹੀ ਚੰਗੀ ਤਰ੍ਹਾਂ ਪੜ੍ਹਨਾ ਅਤੇ ਯਾਦ ਕਰਨਾ ਹੈ। ਧੰਨਵਾਦ।